ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਬਾਣੀ ਕੇ ਬੋਹਿਤ ਦਸਾਂ ਹੀ ਪਾਤਸ਼ਾਹੀਆਂ ਕੀ ਜਾਗਦੀ ਜੋਤ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਦਰਬਾਰ ਦੇ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਔਰ ਰਸਨਾ ਨੂੰ ਕਰੀਏ ਜੀ ਪਵਿੱਤਰ। ਸਾਰੇ ਹੀ ਗੱਜ ਵੱਜ ਕੇ ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਅੰਮ੍ਰਿਤ ਵੇਲੇ ਆਪਣੇ ਸਿੰਘਾਸਨ ਦੇ ਉੱਤੇ ਸੁਭਾਏਮਾਨ ਹੋ ਕਰਕੇ ਬੈਠ ਕਰਕੇ ਜੋ ਪ੍ਰਾਣੀ ਮਾਤਰ ਦੇ ਭਲੇ ਵਾਸਤੇ ਹੁਕਮ ਸਾਨੂੰ ਦਿੱਤੇ ਹਨ, ਉਹਨਾਂ ਹੁਕਮਾਂ ਦੀ ਵਿਚਾਰ ਆਪਾਂ ਨੇ ਸਰਵਣ ਕਰਨੀ ਹੈ। ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਅੰਗ 677 ਦੇ ਉੱਤੇ ਧਨਾਸਰੀ ਰਾਗ ਦੇ ਵਿੱਚ ਮਹੱਲਾ 5ਵਾਂ ਦੇ ਸਿਰਲੇਖ ਹੇਠ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਹ ਜਿਹੜਾ ਪਾਵਨ ਬਚਨ ਕਿਹਾ ਹੈ, ਉਸ ਦੀ ਵਿਚਾਰ ਗੁਰੂ ਮਹਾਰਾਜ ਜੀ ਕਿਰਪਾ ਸਦਕਾ, ਗੁਰੂ ਦੀ ਕਿਰਪਾ ਸਦਕਾ ਆਪਾਂ ਸਰਵਣ ਕਰਨੀ ਹੈ, ਸਮੇਂ ਦੇ ਅੰਦਰ ਰਹਿੰਦੇ ਹੋਏ ਕਰਨੀ ਹੈ। ਗੁਰੂ ਮਹਾਰਾਜ ਜੀ ਫਰਮਾਉਂਦੇ ਹਨ, ਧਨਾਸਰੀ ਮਹੱਲਾ 5ਵਾਂ, ਜੈ ਜੈ ਪੇਖੋਂ ਤੈ ਹਜੂਰ, ਦੂਰ ਕਤਹੁ ਨਾ ਜਾਈ, ਰਵ ਰਹਿਆ ਸਰਬੱਤਰ ਮੈਂ ਮਨ ਸਦਾ ਤੇ ਆਈ। ਗੁਰੂ ਸਾਹਿਬ ਕਹਿੰਦੇ ਹਨ ਕਿ ਜੈ ਜੈ ਪੇਖੋਂ ਤੈ ਹਜੂਰ, ਕਿ ਮੈਂ ਜਿੱਧਰ ਵੀ ਨਜ਼ਰ ਮਾਰਦਾ ਹਾਂ, ਆਪਾਂ ਆਪਣੇ ਇਨਸਾਨ ਆਪਾਂ ਗੱਲ ਕਰੀਏ ਕਿ ਆਪਾਂ ਜਿੱਧਰ ਵੀ ਨਜ਼ਰ ਮਾਰੀਏ, ਗੁਰੂ ਸਾਹਿਬ ਵੀ ਕਹਿੰਦੇ ਨੇ ਕਿ ਜਿੱਥੇ ਵੀ ਨਜ਼ਰ ਮੈਂ ਮਾਰਦਾ ਹਾਂ, ਜੈ ਜੈ ਪੇਖੋਂ, ਜਿਹੜੇ ਪਾਸੇ ਵੀ ਦੇਖਦਾ ਹਾਂ, ਤੈ ਹਜੂਰ, ਪਰਮਾਤਮਾ ਹਰੇਕ ਜਗ੍ਹਾ ਮੌਜੂਦ ਹੈ। ਜੀ ਕੋਈ ਕਹਿੰਦਾ ਹੈ ਕਿ ਪਰਮਾਤਮਾ ਕਿੱਥੇ ਰਹਿੰਦਾ ਹੈ, ਪਰਮਾਤਮਾ ਕਦੋਂ ਦੇਖਦਾ ਹੈ, ਪਰਮਾਤਮਾ ਸਾਡੀ ਰੱਖਿਆ ਕਦੋਂ ਕਰਦਾ ਹੈ, ਤਾਂ ਗੁਰੂ ਮਹਾਰਾਜ ਜੀ ਫਰਮਾਉਂਦੇ ਹਨ ਕਿ ਜੈ ਜੈ ਪੇਖੋਂ ਤੈ ਹਜੂਰ, ਮੈਂ ਜਿਹੜੇ ਵੀ ਪਾਸੇ ਨਜ਼ਰ ਮਾਰਦਾ ਹਾਂ, ਪਰਮਾਤਮਾ ਹਰੇਕ ਪਾਸੇ ਨਜ਼ਰ ਆਉਂਦਾ ਹੈ। ਦੂਰ ਕਤੋ ਨਾ ਜਾਈ, ਪਰਮਾਤਮਾ ਸਾਤੋਂ ਕਦੇ ਵੀ ਦੂਰ ਨਹੀਂ ਹੁੰਦਾ ਹੈ। ਕਈ ਵਾਰੀ ਆਪਾਂ ਸ਼ਿਕਾਇਤ ਕਰ ਦਿੰਦੇ ਹਾਂ ਕਿ ਪਰਮਾਤਮਾ ਮੇਰੀ ਸੁਣਦਾ ਨਹੀਂ ਹੈ, ਪਰਮਾਤਮਾ ਮੇਰੀ ਗੱਲ ਨਹੀਂ ਮੰਨਦਾ ਹੈ, ਜਾਂ ਪਰਮਾਤਮਾ ਮੇਰੇ ਤੋਂ ਬੜਾ ਦੂਰ ਹੈ, ਲੋਕਾਂ ਦੇ ਕੰਮ ਹੋ ਰਹੇ ਹਨ, ਮੇਰਾ ਨਹੀਂ ਹੋ ਰਿਹਾ। ਪਰ ਇਸ ਤਰ੍ਹਾਂ ਸਾਡਾ ਵਹਿਮ ਹੈ, ਇਹ ਨਹੀਂ ਹੈ। ਮਹਾਰਾਜ ਜੀ ਕਹਿੰਦੇ ਦੂਰ ਕਤੋ ਨਾ ਜਾਈ, ਪਰਮਾਤਮਾ ਸਾਤੋਂ ਕਦੇ ਵੀ ਦੂਰ ਨਹੀਂ ਹੁੰਦਾ ਹੈ। ਰਵ ਰਹਿਆ ਸਰਬੱਤਰ ਮੈਂ ਮਨ ਸਦਾ ਤੇ ਆਈ, ਉਹ ਪਰਮਾਤਮਾ ਤਾਂ ਇਸ ਤਰ੍ਹਾਂ ਹੈ ਕਿ ਸਰਬੱਤ ਭਾਵ ਸਾਰਿਆਂ ਦੇ ਵਿੱਚ ਪਰਮਾਤਮਾ ਹੈ, ਕਣ ਕਣ ਦੇ ਵਿੱਚ ਪਰਮਾਤਮਾ ਹੈ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਯੋ ਪੁਕਾਰ, ਸੰਤਾਂ ਨੇ ਭਗਤਾਂ ਨੇ ਪੁਕਾਰ ਪੁਕਾਰ ਕਰਕੇ ਜ਼ੋਰ ਦੇ ਕਰਕੇ ਕਹਿਣਾ ਕੀਤਾ ਹੈ ਕਿ ਪਰਮਾਤਮਾ ਤਾਂ ਕਣ ਕਣ ਦੇ ਵਿੱਚ ਬੈਠਾ ਹੈ। ਰਵ ਰਹਿਆ ਸਰਬੱਤਰ ਮੈਂ, ਉਹ ਸਰਬੱਤਰ ਭਾਵ ਸਭ ਚੀਜ਼ਾਂ ਦੇ ਵਿੱਚ ਪਰਮਾਤਮਾ ਬੈਠਾ ਹੈ। ਮਨ ਸਦਾ ਤੇ ਆਈ, ਹੇ ਮੇਰੇ ਮਨ ਉਸ ਨੂੰ ਧਿਆਉਣਾ ਕਰ, ਉਸ ਨੂੰ ਯਾਦ ਕਰ, ਉਸ ਨੂੰ ਯਾਦ ਕਰਿਆ ਕਰ। ਕਿਉਂ ਕਰਿਆ ਕਰ? ਈਤ ਊਤ ਨਹੀਂ ਵਿਛੁੜੈ, ਸੋ ਸੰਗੀ ਗਨੀਐ, ਬਿਨ ਸਜਾਏ ਜੋ ਨਿਮਖ ਮੈਂ, ਸੋ ਅਲਪ ਸੁਖ ਪਨੀਐ। ਹੋਰ ਦੁਨੀਆ ਦੇ ਜਿੰਨੇ ਸੰਗੀ ਸਾਥੀ ਹਨ, ਜੋ ਆਪਾਂ ਦੁਨੀਆ ਦੇ ਵਿੱਚ ਆਪਣੇ ਦੋਸਤ ਮਿੱਤਰ ਰਿਸ਼ਤੇਦਾਰ ਬਣਾਏ ਹਨ, ਉਹਨਾਂ ਨੇ ਕਿਸੇ ਨਾ ਕਿਸੇ ਟਾਈਮ ਆਪਾਂ ਨੂੰ ਛੱਡ ਜਾਣਾ ਹੈ। ਜਾਂ ਕਈ ਵਾਰ ਭੀੜ ਪੈ ਜਾਵੇ, ਸਾਡੇ ਉੱਤੇ ਕੋਈ ਵਿਪਤਾ ਪੈ ਜਾਵੇ, ਕਈ ਦੋਸਤ ਮਿੱਤਰ ਛੱਡ ਜਾਇਆ ਕਰਦੇ ਹਨ, ਕੋਈ ਰਿਸ਼ਤੇਦਾਰ ਛੱਡ ਜਾਇਆ ਕਰਦੇ ਹਨ। ਪਰ ਪਰਮਾਤਮਾ ਹੈ ਜਿਹੜਾ ਈਤ ਊਤ, ਈਤ ਤੋਂ ਭਾਵ ਇਸ ਲੋਕ ਦੇ ਵਿੱਚ, ਊਤ ਤੋਂ ਭਾਵ ਪਰਲੋਕ ਦੇ ਵਿੱਚ, ਇੱਕ ਪਰਮਾਤਮਾ ਹੀ ਐਸਾ ਹੈ ਜਿਸ ਨੇ ਸਾਡੀ ਇੱਥੇ ਵੀ ਰੱਖਿਆ ਕਰਨੀ ਹੈ। ਜਦੋਂ ਸਾਡੇ ਕਰਮਾਂ ਦਾ ਨਿਬੇੜਾ ਹੋਏਗਾ, ਜਿਸ ਨੇ ਪਰਮਾਤਮਾ ਨੂੰ ਯਾਦ ਕੀਤਾ ਹੋਏਗਾ, ਉਹ ਕੀ ਹੋਏਗਾ? ਪਰਮਾਤਮਾ ਉਸ ਦੇ ਨਾਲ ਖੜਾ ਹੋਏਗਾ। ਜਿਸ ਤਰ੍ਹਾਂ ਆਪਾਂ ਕਿਸੇ ਬੰਦੇ ਨੂੰ ਜਾਣਦੇ ਹੋਈਏ, ਉੱਚੀ ਪੋਸਟ ਵਾਲੇ ਨੂੰ, ਜਦੋਂ ਕਿਤੇ ਸਾਡਾ ਕੋਈ ਕੇਸ ਫਸ ਜਾਵੇ ਤਾਂ ਉਹ ਖੜਾ ਹੋ ਜਾਂਦਾ ਕਿ ਨਹੀਂ, ਇਹ ਮੇਰਾ ਬੰਦਾ ਹੈ, ਛੱਡ ਦਿਓ ਇਸ ਨੂੰ। ਉਸੇ ਤਰ੍ਹਾਂ ਪਰਮਾਤਮਾ ਕੀ ਕਰਦਾ ਹੈ? ਦੁਨੀਆ ਦੇ ਸੰਗੀ ਸਾਥੀ ਹਨ ਜਿਹੜੇ ਇੱਥੇ ਸਾਥ ਛੱਡ ਜਾਇਆ ਕਰਦੇ ਹਨ ਭੀੜ ਪੈਣ ਤੇ, ਪਰ ਪਰਮਾਤਮਾ ਹੈ ਜਿਹੜਾ ਇੱਥੇ ਵੀ ਸਾਡੀ ਰੱਖਿਆ ਕਰੇਗਾ, ਅੱਗੇ ਵੀ ਰੱਖਿਆ ਕਰੇਗਾ। ਨਹੀਂ ਈਤ ਊਤ ਨਹੀਂ ਵਿਛੜੈ, ਸੋ ਸੰਗੀ ਗਨੀਐ, ਉਹ ਐਸਾ ਸੰਗੀ ਹੈ, ਸਾਥੀ ਹੈ ਜਿਹੜਾ ਹਮੇਸ਼ਾ ਸਾਡੇ ਨਾਲ ਰਹਿੰਦਾ ਹੈ। ਪਰ ਮਹਿਸੂਸ ਕਰਨ ਦੀ ਲੋੜ ਹੈ, ਪਰਮਾਤਮਾ ਸਾਤੋਂ ਕਿੰਨੀ ਦੂਰ ਹੈ। ਪੰਬੀਰੀ ਕੇ ਪਾਤ ਜਿਉ ਪੜ ਦੋ, ਪਰਮਾਤਮਾ ਸਾਡੇ ਨੇੜੇ ਇੰਨਾ ਹੈ ਜਿੰਨਾ ਅਸੀਂ ਕਹਿ ਲਈਏ ਇੱਕ
ਤਿਤਲੀ ਦੇ ਖੰਭਾਂ ਦੇ ਵਿੱਚ ਸਾਡੇ ਔਰ ਪ੍ਰਮਾਤਮਾ ਦੇ ਵਿੱਚ ਬਸ ਇੰਨਾ ਫਰਕ ਹੈ। ਆਪਾਂ ਸਿਰਫ ਇਹ ਫਰਕ ਪੂਰੀ ਉਮਰ ਸਾਡੀ ਲੰਘ ਜਾਂਦੀ ਹੈ, ਉਹ ਪ੍ਰਮਾਤਮਾ ਤੇ ਸਾਡੇ ਵਿੱਚ ਦਾ ਜਿਹੜਾ ਫਰਕ ਹੈ ਅਸੀਂ ਨਹੀਂ ਮਿਟਾ ਸਕਦੇ। ਬਿਨ ਸਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਭਨੀਐ। ਨਿਮਖ ਤੋਂ ਭਾਵ ਹੁੰਦਾ ਹੈ ਅੱਖ ਦੇ ਬੰਦ ਕਰਨ ਦਾ ਜਿੰਨਾ ਸਮਾਂ ਲੱਗਦਾ ਹੈ। ਜੋ ਦੁਨੀਆ ਦੇ ਅਸੀਂ ਸੁੱਖ ਮਾਣ ਰਹੇ ਹਾਂ ਕਿ ਮੇਰੀ ਗੱਡੀ, ਮੇਰੇ ਪੁੱਤਰ, ਮੇਰੇ ਧੀ, ਜਾਂ ਆਪਾਂ ਜੋ ਦੁਨੀਆ ਦੇ ਪਦਾਰਥ ਸਾਨੂੰ ਪ੍ਰਮਾਤਮਾ ਨੇ ਦਿੱਤੇ ਹਨ, ਅਸੀਂ ਉਹਨਾਂ ਦੇ ਸੁੱਖਾਂ ਨੂੰ ਮਾਣ ਰਹੇ ਹਾਂ। ਪਰ ਕਹਿੰਦੇ ਪ੍ਰਮਾਤਮਾ ਦੇ ਜਿਹੜੇ ਇਹ ਦਿੱਤੇ ਹੋਏ ਸੁੱਖ ਹਨ, ਇਹ ਬਿਨਸਣ ਲੱਗੇ ਭਾਵ ਜਾਣ ਲੱਗਿਆਂ ਇੰਨਾ ਹੀ ਟਾਈਮ ਲੱਗਦਾ ਹੈ ਜਿੰਨਾ ਕਹਿ ਲਈਏ ਅੱਖ ਦੇ ਬੰਦ ਹੋਣ ਦਾ ਸਮਾਂ ਹੈ। ਕਿਉਂਕਿ ਇਨਸਾਨ ਜਦੋਂ ਕਹਿ ਲਈਏ ਇਨਸਾਨ ਦੇ ਪ੍ਰਾਣ ਜਦੋਂ ਜਾਂਦੇ ਹਨ ਕਿ 1 ਸੈਕਿੰਡ ਦੇ ਵਿੱਚ ਪਤਾ ਨਹੀਂ ਲੱਗਦਾ ਬੰਦੇ ਦੇ ਪ੍ਰਾਣ ਚਲੇ ਜਾਣ, ਬੰਦਾ ਕਿੰਨਾ ਖੁਸ਼ ਹੁੰਦਾ ਹੈ, ਪਰਿਵਾਰ ਦੇ ਵਿੱਚ ਖੇਡ ਰਿਹਾ ਹੁੰਦਾ ਹੈ, ਦੁਨੀਆ ਦੇ ਪਦਾਰਥਾਂ ਨੂੰ ਮਾਣ ਰਿਹਾ ਹੁੰਦਾ। ਕਹਿੰਦੇ ਬਿਨ ਸਜਾਏ ਜੋ ਨਿਮਖ ਮੈਂ, ਅੱਖ ਦੇ ਬੰਦ ਹੋਣ ਦੇ ਸਮੇਂ ਦੇ ਵਿੱਚ ਜਿਹੜਾ ਚੀਜ਼ ਨੇ ਸਾਤੋਂ ਦੂਰ ਚਲਿਆ ਜਾਣਾ ਹੈ, ਅਸੀਂ ਉਸ ਦੇ ਸੁੱਖਾਂ ਨੂੰ ਮਾਣਦੇ ਹੋਏ ਪ੍ਰਮਾਤਮਾ ਨੂੰ ਨਾ ਭੁੱਲੀਏ, ਪ੍ਰਮਾਤਮਾ ਨੂੰ ਯਾਦ ਰੱਖੀਏ। ਪਤ ਪਾਲੇ ਅਪਿਆਓ ਦੇ ਕਛ ਊਨ ਨਾ ਹੋਈ। ਪ੍ਰਮਾਤਮਾ ਤਾਂ ਇਸ ਤਰ੍ਹਾਂ ਹੈ ਕਿ ਉਹ ਸਾਡੀ ਪ੍ਰਤਪਾਲਨਾ, ਸਾਡੀ ਪਾਲਣਾ ਪੋਸ਼ਣਾ ਕਰਦਾ। ਅਪਿਆਓ ਦੇ ਸਾਨੂੰ ਭੋਜਨ ਪਦਾਰਥ ਦਿੰਦਾ ਹੈ। ਅਸੀਂ ਸ਼ੁਕਰਗੁਜ਼ਾਰ ਹੋਈਏ ਕਿ ਸਾਨੂੰ ਤਿੰਨੋਂ ਟਾਈਮ ਗਰਮ ਪ੍ਰਸ਼ਾਦਾ ਮਿਲਦਾ ਹੈ, ਤਿੰਨੋਂ ਟਾਈਮ ਸਾਨੂੰ ਭੋਜਨ ਮਿਲ ਰਿਹਾ ਹੈ। ਕਈ ਲੋਕ ਐਸੇ ਹਨ ਕਿ ਜਿਹੜੇ 24 ਘੰਟੇ ਦੇ ਵਿੱਚ ਇੱਕ ਵਾਰ ਜਿਨ੍ਹਾਂ ਨੂੰ ਭੋਜਨ ਮਿਲਦਾ ਹੈ, ਉਹ ਜਦੋਂ ਇੱਕ ਵਾਰ 24 ਘੰਟੇ ਦੇ ਵਿੱਚ ਪ੍ਰਸ਼ਾਦਾ ਭੋਜਨ ਮਿਲਦਾ, ਉਦੋਂ ਉਸ ਦਾ ਸ਼ੁਕਰ ਕਰਦੇ ਨੇ ਕਿ ਵਾਹਿਗੁਰੂ ਪ੍ਰਮਾਤਮਾ ਤੇਰਾ ਸ਼ੁਕਰ ਹੈ ਤੇ ਮੈਨੂੰ ਇਹ ਭੋਜਨ ਨਸੀਬ ਕੀਤਾ, ਉਸ ਦਾ ਭਲਾ ਹੈ ਜਿਸ ਨੇ ਮੈਨੂੰ ਭੋਜਨ ਦਿੱਤਾ, ਤੇਰੀ ਕਿਰਪਾ ਦੇ ਨਾਲ ਭੋਜਨ ਮਿਲਿਆ। ਪਰ ਆਪਾਂ ਇੰਨੇ ਨਾ ਸ਼ੁਕਰੇ ਹੋਈਏ, ਅਸੀਂ ਤਿੰਨੋਂ ਟਾਈਮ ਸਾਨੂੰ ਭੋਜਨ ਮਿਲਦਾ ਹੈ, 2 ਟਾਈਮ ਚਾਹ ਵੀ ਆਪਾਂ ਪੀਂਦੇ ਹਾਂ, ਜਾਂ ਕੋਈ ਵੀ ਜਿੰਨੇ ਪਦਾਰਥ ਅਸੀਂ ਜੋ ਚਾਹੁੰਦੇ ਹਾਂ ਖਾ ਸਕਦੇ ਹਾਂ। ਪ੍ਰਤਪਾਲੇ ਅਪਿਆਓ ਦੇ, ਅਪਿਆਓ ਤੋਂ ਭਾਵ ਹੈ ਖਾਣ ਪੀਣ ਦੀ ਚੀਜ਼ ਜਾਂ ਵਸਤੂ, ਭੋਜਨ ਉਹ ਪ੍ਰਮਾਤਮਾ ਸਾਨੂੰ ਦੇ ਰਿਹਾ ਹੈ। ਕਛ ਊਨ ਨਾ ਹੋਈ, ਊਨ ਭਾਵ ਸਾਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਉਣ ਦਿੰਦਾ ਹੈ। ਇਸ ਕਰਕੇ ਪ੍ਰਮਾਤਮਾ ਨੂੰ ਯਾਦ ਰੱਖੀਏ। ਸਾਸ ਸਾਸ ਸੰਮਾਲਤਾ, ਹਰੇਕ ਸਾਹ ਦੇ ਨਾਲ ਪ੍ਰਮਾਤਮਾ ਸਾਡੀ ਰੱਖਿਆ ਕਰਦਾ ਹੈ। ਕਿਸ ਤਰ੍ਹਾਂ ਕਰਦਾ ਹੈ? ਰਾਤ ਹੈ ਜਿਹੜੀ ਉਸ ਨੂੰ ਮੌਤ ਮੰਨਿਆ ਗਿਆ ਹੈ, ਸਵੇਰੇ ਜਿਹੜਾ ਉੱਠਣਾ ਹੈ ਉਹ ਜੀਵਨ ਮੰਨਿਆ ਗਿਆ ਹੈ। ਪ੍ਰਮਾਤਮਾ ਸਾਡੇ ਉੱਤੇ ਕਿੰਨੀ ਕਿਰਪਾ ਕਰਦਾ ਹੈ। ਅਸੀਂ ਰਾਤ ਨੂੰ ਸੌਂਦੇ ਹਾਂ, ਪ੍ਰਮਾਤਮਾ ਸਾਨੂੰ ਦੂਸਰੇ ਦਿਨ ਫਿਰ ਉਠਾ ਦਿੰਦਾ ਹੈ, ਫਿਰ ਸਾਡੇ ਸਵਾਸ ਚਲਾ ਦਿੰਦਾ ਹੈ। ਸਾਡੇ ਸਵਾਸ ਚੱਲਦੇ ਹਨ ਪ੍ਰਮਾਤਮਾ ਦੀ ਕਿਰਪਾ ਦੇ ਨਾਲ। ਉਹ ਸਾਡੀ ਸੰਮਾਲਤਾ ਭਾਵ ਸਾਨੂੰ ਸੰਭਾਲਦਾ ਹੈ, ਸਾਡੀ ਰੱਖਿਆ ਕਰਦਾ ਹੈ। ਅਛਲ ਅਛੇਦ ਅਪਾਰ ਪ੍ਰਭ, ਉੱਚਾ ਜਾ ਕਾ ਰੂਪ। ਅਛਲ ਤੋਂ ਭਾਵ ਹੈ ਜਿਸ ਦੇ ਨਾਲ ਕੋਈ ਛਲ ਨਹੀਂ ਕਰ ਸਕਦਾ। ਅਛੇਦ ਤੋਂ ਭਾਵ ਜਿਸ ਦੇ ਵਿੱਚ ਛੇਦ, ਜਿਸ ਦੇ ਉੱਤੇ ਕੋਈ ਨਿਸ਼ਾਨਾ ਨਹੀਂ ਲਾ ਸਕਦਾ, ਭਾਵ ਜਿਸ ਨੂੰ ਕੋਈ ਮਾਰ ਨਹੀਂ ਸਕਦਾ। ਹੁਣ ਆਪਾਂ ਕੀ ਕਰਦੇ ਹਾਂ ਕਿ ਪ੍ਰਮਾਤਮਾ ਨੂੰ ਲੋਕਾਂ ਨੇ ਲੋਗਨ ਰਾਮ ਖਿਡੌਣਾ ਜਾਣਾ, ਲੋਕਾਂ ਨੇ ਪ੍ਰਮਾਤਮਾ ਨੂੰ ਖਿਡੌਣਾ ਬਣਾ ਰਿਹਾ ਹੈ ਕਿ ਜੇ ਕਿ ਵਾਹਿਗੁਰੂ ਪ੍ਰਮਾਤਮਾ ਜੀ ਮੇਰਾ ਇਹ ਕੰਮ ਕਰ ਦਿਓ, ਮੈਂ ਤੁਹਾਡਾ ਇਹ ਪਾਠ ਕਰਾਂਗਾ, ਮੈਂ ਗੁਰਦੁਆਰੇ ਮੰਦਿਰ ਤਾਂ ਆਵਾਂਗਾ, ਪ੍ਰਮਾਤਮਾ ਜੀ ਮੇਰਾ ਕੰਮ ਹੋਏਗਾ। ਅਸੀਂ ਕੀ ਕਰਿਆ ਹੈ? ਪ੍ਰਮਾਤਮਾ ਨੂੰ ਖਿਡੌਣਾ ਬਣਾ ਲਿਆ ਹੈ। ਲੋਗਨ ਰਾਮ ਖਿਲੌਣਾ ਜਾਣਾ, ਪ੍ਰਮਾਤਮਾ ਨੂੰ ਖਿਲੌਣਾ ਬਣਾ ਲਿਆ ਹੈ। ਪਰ ਪ੍ਰਮਾਤਮਾ ਨੂੰ ਕੋਈ ਕੀ ਕਰ ਸਕਦਾ ਹੈ? ਅਛਲ ਹੈ ਉਹ ਪ੍ਰਮਾਤਮਾ, ਉਸ ਨੂੰ ਕੋਈ ਛਲ ਨਹੀਂ ਸਕਦਾ ਹੈ, ਉਸ ਦੇ ਨਾਲ ਕੋਈ ਧੋਖਾ ਨਹੀਂ ਕਰ ਸਕਦਾ ਹੈ। ਕਿ ਅਸੀਂ ਮੂਰਖ ਬਣਾਈਏ ਕਿ ਪ੍ਰਮਾਤਮਾ ਤੂੰ ਸਾਡਾ ਕੰਮ ਕਰੇਗਾ ਤਾਂ ਅਸੀਂ ਮੰਦਿਰ ਆਵਾਂਗੇ, ਤਾਂ ਅਸੀਂ ਗੁਰਦੁਆਰਾ ਸਾਹਿਬ ਆਵਾਂਗੇ। ਨਹੀਂ, ਉਹ ਪ੍ਰਮਾਤਮਾ ਅਛਲ ਹੈ, ਅਛੇਦ ਹੈ, ਉਸ ਨੂੰ ਕੋਈ ਮਾਰ ਨਹੀਂ ਸਕਦਾ ਹੈ। ਅਪਾਰ ਹੈ, ਉਸ ਦਾ ਪਾਰ, ਉਸ ਦੇ ਬਰਾਬਰ ਕੋਈ ਨਹੀਂ ਹੈ। ਪ੍ਰਮਾਤਮਾ ਦੇ ਬਰਾਬਰ ਜੇ ਕੋਈ ਬਣਨ ਦੀ ਕੋਸ਼ਿਸ਼ ਕਰਦਾ ਹੈ, ਹਰਨਾਕਸ਼ ਵਰਗੇ ਹੋਏ ਕਿੰਨੇ ਲੋਕ ਹੋਏ ਜਿਨ੍ਹਾਂ ਨੂੰ ਪ੍ਰਮਾਤਮਾ ਦੇ ਬਰਾਬਰ ਹੋਣ ਦਾ ਕੋਸ਼ਿਸ਼ ਕੀਤੀ, ਉਸ ਦੇ ਬਰਾਬਰ ਕੋਈ ਨਹੀਂ ਹੈ। ਪ੍ਰਭ ਉੱਚਾ ਜਾ ਕਾ ਰੂਪ, ਉਸ ਦਾ ਪ੍ਰਮਾਤਮਾ ਦਾ ਜਿਹੜਾ ਰੂਪ ਹੈ, ਰੁਤਬਾ ਹੈ, ਉਹ ਬਹੁਤ ਉੱਚਾ ਹੈ। ਇਸ ਕਰਕੇ ਉਸ ਨੂੰ ਯਾਦ ਕਰਨਾ ਚਾਹੀਦਾ ਹੈ। ਜਪ ਜਪ ਕਰੈ ਆਨੰਦ ਜਨ ਅਚਰਜ ਅਨੂਪ। ਇਹ ਵਾਹਿਗੁਰੂ ਪ੍ਰਮਾਤਮਾ ਜੀਓ, ਜਿਹੜੇ ਜਿਹੜੇ ਤੈਨੂੰ ਯਾਦ ਕਰਦੇ ਹਨ, ਉਹਨਾਂ ਦੇ ਘਰ ਦੇ ਵਿੱਚ, ਉਹਨਾਂ ਦੇ ਹਿਰਦੇ ਘਰ ਦੇ ਵਿੱਚ, ਮਨ ਦੇ ਵਿੱਚ ਆਨੰਦ ਹੈ, ਖੁਸ਼ੀ ਹੈ। ਤੁਸੀਂ ਦੇਖੋਗੇ ਕਿ ਜੋ ਪ੍ਰਮਾਤਮਾ ਦਾ ਨਾਮ ਜਪਦਾ ਹੈ, ਜੋ ਮੰਦਿਰ ਆਉਂਦਾ ਹੈ, ਗੁਰਦੁਆਰਾ ਸਾਹਿਬ ਆਉਂਦਾ ਹੈ, ਜੋ ਵੀ ਇਸ਼ਟ ਨੂੰ ਉਹ ਮੰਨਦਾ ਹੈ, ਜਿਹੜਾ ਉਸਦੀ ਆਰਾਧਨਾ ਸਵੇਰੇ ਉੱਠ ਕਰਕੇ ਕਰਦਾ ਹੈ ਜਾਂ ਸ਼ਾਮ ਨੂੰ ਸ਼ੁਕਰਾਨਾ ਕਰਦਾ ਹੈ, ਉਸਦੇ ਜਿਹੜੇ ਚਿਹਰੇ ਦੀ ਇੱਕ ਰੌਣਕ ਅਲੱਗ ਹੋਏਗੀ। ਔਰਾ ਹੈ ਜਿਹੜਾ ਉਸਦਾ ਜਿਹੜੀ ਵੇਵਸ ਹਨ ਉਹ ਅਲੱਗ ਹਨ। ਉਹ ਇਨਸਾਨ ਦਾ ਜਦੋਂ ਉਸ ਨੂੰ ਮਿਲੋਗੇ ਤੁਸੀਂ ਖੁਸ਼ ਹੋ ਜਾਓਗੇ। ਉਸਦੇ ਮਿਲਣ ਦੇ ਨਾਲ ਤੁਹਾਨੂੰ ਇੱਕ ਸਰੀਰ ਨੂੰ ਕਹਿ ਲਈਏ ਆਨੰਦ ਪ੍ਰਾਪਤ ਹੁੰਦਾ ਹੈ, ਖੁਸ਼ੀ ਪ੍ਰਾਪਤ ਹੁੰਦੀ ਹੈ।
ਇਸ ਦੇ ਉਲਟ ਜੇ ਪਾਪੀ ਬੰਦੇ ਨੂੰ, ਕੋਈ ਐਸੇ ਮਨੁੱਖ ਨੂੰ ਮਿਲਾਂਗੇ ਜਿਹੜਾ ਹਮੇਸ਼ਾ ਹੀ ਚੁਗਲੀ ਚਗਾਰੀ ਜਾਂ ਚੋਰੀ ਦੇ ਚੱਕਰ 'ਚ ਰਹਿੰਦਾ ਹੈ, ਜਦੋਂ ਉਸ ਨੂੰ ਮਿਲਦੇ ਹਾਂ ਸਾਡੇ ਮਨ ਦੇ ਉੱਤੇ ਵੀ ਪ੍ਰਭਾਵ ਉਲਟੇ ਪੈਂਦੇ ਹਨ। ਇਹ ਕਹਿ ਲਈਏ ਦੁਨੀਆ ਦੀ ਜਿਹੜੀ ਕੁਦਰਤ ਦਾ ਇੱਕ ਨਿਯਮ ਹੈ। ਜੇ ਆਪਾਂ ਕਿਸੇ ਪੌਦੇ ਦੇ ਕੋਲ ਜਾ ਕਰਕੇ 2 ਪੌਦੇ ਲਗਾਈਏ, ਇੱਕ ਦੇ ਕੋਲ ਜਾ ਕਰਕੇ ਖੁਸ਼ੀ ਦੇ ਗੀਤ, ਸ਼ਾਬਾਸ਼ੀ ਦੇ ਗੀਤ, ਚੰਗੀਆਂ ਗੱਲਾਂ, ਵਧੀਆ ਗੱਲਾਂ ਕਰੀਏ, ਤੇ ਦੂਸਰੇ ਪੌਦੇ ਦੇ ਕੋਲ ਜਾ ਕਰਕੇ ਰੋਜ਼ ਗਾਲਾਂ ਕੱਢੀਏ, ਉਸ ਨੂੰ ਚੋਰੀ ਚਕਾਰੀ ਦੀਆਂ ਗੱਲਾਂ ਸੁਣਾਈਏ, ਜਦੋਂ ਉਹਨਾਂ ਨੂੰ ਫਲ ਲੱਗੇਗਾ ਦੋਨਾਂ ਦੇ ਫਲ ਦੇ ਵਿੱਚ ਅੰਤਰ ਹੋਏਗਾ। ਇਸ ਕਰਕੇ ਕੁਦਰਤ ਹੈ ਜਿਹੜੀ ਸੰਗਤ ਦਾ ਅਸਰ ਕਬੂਲਦੀ ਹੈ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਖਰਬੂਜੇ ਨੂੰ ਦੇਖ ਕਰਕੇ ਖਰਬੂਜਾ ਰੰਗ ਬਦਲਦਾ। ਇਸ ਕਰਕੇ ਦੋਸਤ ਮਿੱਤਰ ਚੁਣਨ ਲੱਗਿਆਂ, ਦੋਸਤ ਮਿੱਤਰ ਦੀ ਚੋਣ ਕਰਨ ਲੱਗਿਆਂ ਬੜਾ ਸੋਚ ਸਮਝ ਕਰਕੇ ਸਾਨੂੰ ਕਰਨਾ ਚਾਹੀਦਾ ਹੈ। ਤੇ ਪਰਮਾਤਮਾ ਦੀ ਜਿਹੜੀ ਬਾਣੀ ਹੈ, ਜਿਸ ਵੀ ਇਸ਼ਟ ਨੂੰ ਆਪਾਂ ਮੰਨਦੇ ਹਾਂ, ਜਿਸ ਨੂੰ ਵੀ ਤੁਸੀਂ ਮੰਨਦੇ ਹੋ, ਜਪ ਜਪ ਕਰੈ ਆਨੰਦ ਜਨ, ਉਸ ਦਾ ਜਪ ਕਰਨਾ ਚਾਹੀਦਾ ਹੈ। ਮਨ ਦੇ ਵਿੱਚ ਖੇੜਾ ਆਏਗਾ, ਟੈਨਸ਼ਨਾਂ ਦੂਰ ਹੋਣਗੀਆਂ, ਅੰਦਰ ਇੱਕ ਸ਼ਾਂਤੀ ਆਏਗੀ। ਕਿਉਂਕਿ ਜਿਹੜਾ ਸਨਾਤਨ ਦੇ ਵਿੱਚ ਕਿਹਾ ਜਾਂਦਾ ਬ੍ਰਹਮ ਮੂਰਤ, ਸਾਡੇ ਕਿਹਾ ਜਾਂਦਾ ਹੈ ਅੰਮ੍ਰਿਤ ਵੇਲਾ, ਉਸ ਟਾਈਮ ਪ੍ਰਕਿਰਤੀ ਬਿਲਕੁਲ ਸ਼ਾਂਤ ਹੁੰਦੀ ਹੈ, ਪੂਰੀ ਕੁਦਰਤ ਟਿਕੀ ਹੁੰਦੀ ਹੈ। ਇਸ ਕਰਕੇ ਕਿਹਾ ਜਾਂਦਾ ਕਿ ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਕਰਕੇ ਸਵੇਰੇ ਪੂਜਾ ਪਾਠ ਕਰਨਾ ਚਾਹੀਦਾ। ਕਿਉਂਕਿ ਉਸ ਟਾਈਮ ਸਾਰੀ ਕੁਦਰਤ ਹੈ ਜਿਹੜੀ ਉਹ ਸ਼ਾਂਤ ਹੁੰਦੀ ਹੈ, ਮਨ ਵੀ ਸਾਡਾ ਸ਼ਾਂਤ ਹੁੰਦਾ ਹੈ। ਕਿਉਂਕਿ ਰਾਤ ਨੂੰ ਸੌਣ ਦੇ ਨਾਲ ਸਾਡਾ ਸਰੀਰ ਜਿਹੜਾ ਥਕਾਵਟ ਹੈ ਉਹ ਦੂਰ ਹੋ ਚੁੱਕੀ ਹੁੰਦੀ ਹੈ, ਮਨ ਫਰੈਸ਼ ਹੁੰਦਾ ਹੈ। ਇਸ ਕਰਕੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ ਕਿ ਸਵੇਰ ਦੇ ਟਾਈਮ ਪੂਜਾ ਪਾਠ ਕਰਨੀ ਚਾਹੀਦੀ ਹੈ। ਸਾ ਮਤ ਦੇਹੋ ਦਇਆਲ ਪ੍ਰਭ ਜਿਤ ਤੁਮੈ ਅਰਾਧਾਂ। हे ਵਾਹਿਗੁਰੂ ਪਰਮਾਤਮਾ ਜੀਓ, ਮੈਨੂੰ ਕਿਰਪਾ ਕਰੋ ਮੇਰੇ ਉੱਤੇ, ਮੈਨੂੰ ਐਸੀ ਮਤ ਦਿਓ, ਮੈਨੂੰ ਐਸੀ ਬੁੱਧੀ ਦਿਓ, ਕੀ ਕਰਾਂ ਮੈਂ ਜਿਤ ਤੁਮੈ ਅਰਾਧਾਂ। ਕਿ हे ਪਰਮਾਤਮਾ ਜੀਓ, ਹੁਣ ਅਰਦਾਸ ਕਰਦੇ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਿ हे ਪਰਮਾਤਮਾ, हे ਵਾਹਿਗੁਰੂ ਸੱਚੇ ਪਾਤਸ਼ਾਹ ਜੀਓ, ਮੇਰੇ ਤੇ ਕਿਰਪਾ ਕਰੋ, ਮੈਨੂੰ ਐਸੀ ਬੁੱਧ, ਮੈਨੂੰ ਐਸੀ ਮਤ ਦਿਓ ਕਿ ਮੈਂ ਕੀ ਕਰਾਂ, ਤੇਰੀ ਆਰਾਧਨਾ ਕਰ ਸਕਾਂ, ਤੈਨੂੰ ਯਾਦ ਕਰ ਸਕਾਂ। ਅਸੀਂ ਕੀ ਕਰਦੇ ਹਾਂ, ਜਦੋਂ ਦੁੱਖ ਪੈਂਦਾ ਹੈ, ਕੋਈ ਵਿਪਤਾ ਪੈਂਦੀ ਹੈ, ਉਦੋਂ ਪਰਮਾਤਮਾ ਸਾਨੂੰ ਯਾਦ ਆਉਂਦਾ ਹੈ। ਸੁਖ ਮੈਂ ਸਿਮਰਨ ਜੇ ਕਰੈ ਦੁੱਖ ਕਾਹੇ ਕੋ ਹੋਏ। ਜੇ ਅਸੀਂ ਸੁਖੀ ਵੇਲੇ, ਜਦੋਂ ਸਾਨੂੰ ਕੋਈ ਵਿਪਤਾ ਨਹੀਂ, ਕੋਈ ਟੈਨਸ਼ਨ ਨਹੀਂ ਹੈ, ਉਦੋਂ ਪ੍ਰਮਾਤਮਾ ਨੂੰ ਯਾਦ ਕਰਾਂਗੇ ਤਾਂ ਸਾਡੇ ਨੇੜੇ ਤੇੜੇ ਵੀ ਦੁੱਖ ਨਹੀਂ ਆਉਣਗੇ, ਕੋਈ ਵਿਪਤਾ ਨਹੀਂ ਆਏਗੀ, ਸਾਡਾ ਕੋਈ ਕੰਮ ਨਹੀਂ ਰੁਕੇਗਾ, ਸਾਰੇ ਕੰਮ ਸਫਲ ਹੋਣਗੇ। ਇਸੇ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਨੇ ਕਿ ਸਾ ਮਤ ਦੇਹੋ ਦਇਆਲ ਪ੍ਰਭ। हे ਦਇਆ ਦੇ ਕਰ, ਦਇਆ ਕਰਨ ਵਾਲੇ ਪ੍ਰਮਾਤਮਾ ਜੀਓ, ਮੇਰੇ ਤੇ ਕਿਰਪਾ ਕਰੋ, ਮੈਨੂੰ ਇੱਕ ਐਸੀ ਮਤ ਦਿਓ ਜਿਸ ਮਤ ਦੇ ਨਾਲ ਮੈਂ ਤੈਨੂੰ ਯਾਦ ਕਰਾਂ, ਮੈਂ ਲੋਕਾਂ ਦਾ ਭਲਾ ਕਰ ਸਕਾਂ, ਮੈਂ ਲੋਕਾਂ ਨੂੰ ਤੇਰੇ ਨਾਲ ਜੋੜ ਸਕਾਂ। ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਧਾਂ। ਮੇਰੇ ਤੇ ਕਿਰਪਾ ਕਰ, ਮੈਂ ਇੱਕ ਤੇ ਤੋਂ ਹੋਰ ਦੂਸਰਾ ਦਾਨ ਮੰਗਦਾ ਹਾਂ, ਮੈਨੂੰ ਕੀ ਕਰ, ਸਾਧਾਂ ਦੀ, ਤੇਰੇ ਨਾਲ ਜੁੜਿਆ ਹੋਇਆਂ ਦੀ। ਸਾਧਨ ਤੋਂ ਭਾਵ ਕੀ ਹੈ, ਸਾਧੂ ਤੋਂ ਭਾਵ ਇਹ ਨਹੀਂ ਹੈ ਕਿ ਜਿਸ ਨੇ ਪਿੰਡੇ ਤੇ ਸੁਆਹ ਮਲ ਲਈ ਜਾਂ ਨਗਨ ਫਿਰ ਰਿਹਾ ਜਾਂ ਜੰਗਲਾਂ ਵਿੱਚ ਚਲਿਆ ਗਿਆ। ਗੁਰਬਾਣੀ ਦੇ ਅੰਦਰ ਜਿਹੜਾ ਸਾਧ ਹੈ ਜਾਂ ਸਾਧੂ ਸ਼ਬਦ ਹੈ, ਉਹ ਕਿਸ ਲਈ ਕਿਹਾ ਗਿਆ ਹੈ, ਜਿਸ ਨੇ ਆਪਣੇ ਆਪ ਨੂੰ ਸਾਧ ਲਿਆ ਹੈ, ਸਾਧਨਾ ਦੇ ਨਾਲ, ਭਗਤੀ ਦੇ ਨਾਲ, ਪਰਮਾਤਮਾ ਦੇ ਨਾਲ ਜਿਹੜਾ ਜੁੜਿਆ ਹੋਇਆ ਹੈ, ਜਿਸ ਨੇ ਪਰਮਾਤਮਾ ਨੂੰ ਪਾ ਲਿਆ ਹੈ, ਉਸ ਨੂੰ ਸਾਧੂ ਕਿਹਾ ਹੈ। ਰੇਣ ਪਗ ਸਾਧਾਂ, ਰੇਣ ਪਗ ਤੋਂ ਪਾ ਪੈਰ, ਮੈਨੂੰ ਉਹਨਾਂ ਦੇ ਚਰਨਾਂ ਦੀ ਧੂੜ ਬਣਾ, ਮੈਨੂੰ ਉਹਨਾਂ ਦੇ ਚਰਨਾਂ ਦੀ ਧੂੜ ਨਸੀਬ ਹੋਵੇ। ਚਰਨਾਂ ਦੀ ਧੂੜ ਤੋਂ ਭਾਵ ਕੀ ਹੈ ਕਿ ਮੈਨੂੰ ਉਹਨਾਂ ਦਾ ਸਾਥ ਮਿਲੇ। ਐਸੀ ਕਿਰਪਾ ਕਰਨੀ ਜਿਹੜੇ ਤੇਰੇ ਨਾਲ ਜੁੜੇ ਹੋਏ ਹਨ, ਜਿਹੜੇ ਚੰਗੇ ਕੰਮ ਕਰ ਰਹੇ ਹਨ, ਜਿਹੜੇ ਚੰਗੇ ਰਸਤੇ ਤੇ ਜਾ ਰਹੇ ਹਨ, ਮੈਨੂੰ ਉਹਨਾਂ ਦਾ ਸਾਥ ਦੇ, ਮੇਰੇ ਤੇ ਐਸੀ ਕਿਰਪਾ ਕਰ। ਪੂਰੇ ਜਿਹੜਾ ਸ਼ਬਦ ਹੈ ਅੱਜ ਦਾ, ਉਸਦਾ ਕੇਂਦਰੀ ਭਾਵ ਇਹ ਹੈ ਕਿ ਸਾਨੂੰ ਪਰਮਾਤਮਾ ਨੂੰ ਯਾਦ ਕਰਦੇ ਰਹਿਣਾ ਚਾਹੀਦਾ ਹੈ, ਹਮੇਸ਼ਾ ਹੀ, ਕੰਮ ਪਵੇ ਚਾਹੇ ਨਾ ਪਵੇ। ਉਸ ਦਾ ਕਾਰਨ ਕੀ ਹੈ ਕਿ ਪਰਮਾਤਮਾ ਸਾਡੇ ਅੰਗ ਸੰਗ ਹੈ ਹਮੇਸ਼ਾ ਹੀ। ਆਪਾਂ ਕਹਿੰਦੇ ਨੇ ਕਿ ਚਿੱਤਰਗੁਪਤ ਜਿਹੜਾ ਲੇਖਾ ਲਿਖਦਾ ਹੈ ਸਾਡਾ, ਚਿੱਤਰਗੁਪਤ ਦਾ ਜਿਹੜਾ ਉਲਟ ਕਰੀਏ ਗੁਪਤ ਚਿੱਤਰ, ਜੋ ਅਸੀਂ ਲੁਕ ਕਰਕੇ ਕੰਮ ਕਰਦੇ ਹਾਂ ਜਾਂ ਕਮਰੇ ਵਿੱਚ ਬੈਠ ਕਰਕੇ ਕਰਦੇ ਹਾਂ ਜਾਂ ਲੋਕਾਂ ਤੋਂ ਲੁਕਾ ਕਰਕੇ ਜਿਹੜੇ ਕੰਮ ਕਰਦੇ ਹਾਂ, ਉਹ ਗੁਪਤ ਚਿੱਤਰ ਵੀ ਪਰਮਾਤਮਾ ਸਾਡੇ ਚਿੱਤਰ ਕਰਦਾ ਹੈ, ਸਾਡੇ ਲੇਖਾਂ ਦੇ ਵਿੱਚ ਲਿਖਦਾ ਹੈ। ਇਸ ਕਰਕੇ ਆਪਣੇ ਲੇਖਾਂ ਨੂੰ, ਆਪਣੀ ਜ਼ਿੰਦਗੀ ਨੂੰ ਅਸੀਂ ਚੰਗੀ ਬਣਾਉਣੀ ਚਾਹੁੰਦੇ ਹਾਂ ਤਾਂ ਕਰਮ ਚੰਗੇ ਕਰਨੇ ਪੈਣਗੇ। ਫਿਰ ਸਵਾਲ ਖੜਾ ਹੁੰਦਾ ਹੈ ਕਿ ਕਰਮ ਚੰਗੇ ਕਰਨ ਦੀ ਆਦਤ ਕਿੱਥੋਂ ਪਾਈਏ, ਉਸ ਦੇ ਪਿੱਛੇ ਜਾਈਏ। ਚੰਗੇ ਕਰਮ ਕਰਨ ਦੀ ਸਿੱਖਿਆ ਕਿੱਥੋਂ ਮਿਲਦੀ ਹੈ, ਸੰਗਤ ਦੇ ਵਿੱਚ, ਸੰਗਤ ਦੇ ਵਿੱਚ ਆਉਣਾ ਪਏਗਾ। ਸੰਗਤ ਵਿੱਚ ਪਰਮਾਤਮਾ ਬੈਠਾ ਹੈ, ਵਿੱਚ ਸੰਗਤ ਹਰ ਪ੍ਰਭ ਵਸੈ। ਜੋ ਗੁਰਬਾਣੀ ਦਾ ਫਰਮਾਨ ਹੈ ਕਿ ਜਦੋਂ ਸੰਗਤ ਦੇ ਵਿੱਚ ਆਵਾਂਗੇ, ਸੰਗਤ ਦੇ ਵਿੱਚ ਜਦੋਂ ਆ ਕਰਕੇ ਅਸੀਂ ਕੋਈ ਅਰਦਾਸ ਕਰਦੇ ਹਾਂ ਤਾਂ ਉਹ ਅਰਦਾਸ ਸਾਰੀ ਸੰਗਤ ਦੁਆਰਾ ਕੀਤੀ ਜਾਂਦੀ ਹੈ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸੰਗਤ ਰੂਪੀ ਅਰਦਾਸ ਹੈ ਜਿਹੜੀ ਮੰਨੀ ਜਾਂਦੀ ਹੈ, ਗੁਰੂ ਮੰਨ ਲੈਂਦਾ ਹੈ।
ਉਹ ਸਾਡੀ ਅਰਦਾਸ ਪ੍ਰਵਾਨ ਹੋਏਗੀ। ਜੇ ਸਾਡੇ ਵਿੱਚ ਕੋਈ ਕਮੀ ਹੈ, ਸਾਡੇ ਵਿੱਚ ਕੋਈ ਗਲਤੀ ਹੈ, ਜ਼ਰੂਰੀ ਨਹੀਂ ਹੈ ਕਿ ਇੱਥੇ ਬੋਲ ਕਰਕੇ ਦੱਸਣਾ ਹੈ, ਅੰਦਰ ਹੀ ਉਹ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ, ਉਹ ਪ੍ਰਮਾਤਮਾ ਸਾਡਾ ਜਾਣਦਾ ਹੈ। ਅੰਦਰ ਅਰਦਾਸ ਕਰਨੀ ਹੈ ਬੈਠੇ ਬੈਠੇ ਕਥਾ ਵਿਚਾਰ ਸੁਣਦੇ ਹੋਏ, ਤੇ ਪ੍ਰਮਾਤਮਾ ਸਾਨੂੰ ਮਾਫ ਕਰੇਗਾ, ਸਾਨੂੰ ਅੱਗੇ ਵਧਣ ਦੀ, ਅੱਗੇ ਸਾਡੇ ਮਨ ਨੂੰ ਤਾਕਤ ਦੇਗਾ। ਕਿਸੇ ਵੀ ਕੰਮ ਨੂੰ ਕਰਨ ਦੇ ਲਈ ਬੰਦੇ ਦੇ ਅੰਦਰ ਇੱਕ ਦ੍ਰਿੜ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ। ਉਹ ਦ੍ਰਿੜ ਜਿਹੜੀ ਇੱਛਾ ਸ਼ਕਤੀ ਹੈ ਕਿਸੇ ਵੀ ਕੰਮ ਨੂੰ ਕਰਨ ਲਈ, ਉਹ ਕਿੱਥੋਂ ਆਉਂਦੀ ਹੈ? ਪ੍ਰਮਾਤਮਾ ਨੂੰ ਯਾਦ ਕਰਨ ਦੇ ਨਾਲ, ਪ੍ਰਮਾਤਮਾ ਦੀ ਬਾਣੀ ਪੜ੍ਹਨ ਦੇ ਨਾਲ। ਜਿਸ ਵੀ ਇਸ਼ਟ ਨੂੰ ਤੁਸੀਂ ਮੰਨਦੇ ਹੋ, ਸਨਾਤਨ ਜਿਸ ਤਰ੍ਹਾਂ ਪੰਡਿਤ ਜੀ ਨੇ ਹਨੂਮਾਨ ਚਾਲੀਸਾ ਪਾਠ ਕਰਵਾਇਆ, ਜੋ ਕੋਈ ਹੋਰ ਕਰਨ ਵਾਲਾ ਹੈ, ਜਿਸ ਤਰ੍ਹਾਂ ਦਾ ਵੀ ਜੋ ਸਾਨੂੰ ਸੌਖਾ ਲੱਗਦਾ ਹੈ, ਜੋ ਸਭ ਤੋਂ ਤੁਹਾਨੂੰ ਆਨੰਦ ਦਿੰਦਾ ਹੈ। ਸਭ ਤੋਂ ਬੜੀ ਗੱਲ ਕੀ ਹੈ ਕਿ ਕਈ ਚੀਜ਼ਾਂ ਹਨ, ਕਿਸੇ ਨੂੰ ਜਪਜੀ ਸਾਹਿਬ ਪੜ੍ਹਨ ਦੇ ਨਾਲ ਆਨੰਦ ਹੈ, ਕਿਸੇ ਨੂੰ ਸੁਖਮਨੀ ਸਾਹਿਬ ਪੜ੍ਹਨ ਦੇ ਨਾਲ ਆਨੰਦ ਆਉਂਦਾ ਹੈ, ਕਿਸੇ ਨੂੰ ਹਨੂਮਾਨ ਚਾਲੀਸਾ ਪੜ੍ਹਨ ਦੇ ਨਾਲ ਆਨੰਦ ਆਉਂਦਾ। ਜਿਸ ਦੇ ਨਾਲ ਤੁਹਾਡੇ ਮਨ ਦੇ ਵਿੱਚ ਖੇੜਾ ਆਵੇ, ਖੁਸ਼ੀ ਆਵੇ, ਉਸ ਪਾਠ ਨੂੰ ਬਾਰ-ਬਾਰ ਕਰੋ, ਬਾਰ-ਬਾਰ ਕਰੋ, ਬਾਰ-ਬਾਰ ਕਰੋ। ਫਿਰ ਕੀ ਹੋਏਗਾ? ਰੰਗ ਲਾਗਤ 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 ਹੈ, ਭਉ ਭਾਗਤ 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 ਹੈ। ਅੰਦਰ ਤੁਹਾਡੇ ਇੱਕ ਦਿਨ ਖੁਸ਼ੀ ਆਏਗੀ, ਖੇੜਾ ਆਏਗਾ, ਜਿਹੜਾ ਅੰਦਰ ਡਰ ਹੈ ਉਹ ਨਿਕਲ ਜਾਏਗਾ। ਐਸੀਆਂ ਬੇਨਤੀਆਂ ਕਰਦੇ ਹੋਏ ਖਿਮਾ ਦਾ ਜਾਚਕ ਹਾਂ, ਹੋਈਆਂ ਭੁੱਲਾਂ ਦੀ ਖਿਮਾ ਕਰਨਾ ਜੀ। ਆਨੰਦ ਸਾਹਿਬ ਦੀਆਂ 6 ਪੌੜੀਆਂ ਦੇ ਜਾਪ ਕਰਾਂਗੇ, ਉਸ ਤੋਂ ਬਾਅਦ ਸਰਬੱਤ ਦੇ ਭਲੇ ਵਾਸਤੇ ਅਰਦਾਸ ਵੀ ਸ਼ਾਮਲ ਹੋਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।